ਅੱਜਕੱਲ ਵਧਦੇ ਹੋਏ ਸਟ੍ਰੈਸ ਤੇ ਟੈਨਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਨੇ। ਹਾਰਟ ਦੇ ਉੱਤੇ ਇਸ ਚੀਜ਼ ਦਾ ਬਹੁਤ ਅਸਰ ਪੈ ਰਿਹਾ ਹੈ ਤੇ ਹਾਰਟ ਅਟੈਕ ਅਕਸਰ ਹੀ ਸਾਨੂੰ ਦੇਖਣ ਨੂੰ ਮਿਲਦੇ ਨੇ। ਤੇ ਅੱਜਕੱਲ ਜਿਹੜੇ ਲੋਕ ਨੇ ਉਹ ਇਸ ਗੱਲ ਤੋਂ ਅਕਸਰ ਡਰ ਜਾਂਦੇ ਨੇ ਕਿ ਜੇ ਹਾਰਟ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਕਰਵਾਉਣਾ ਪਏਗਾ, ਬਾਈਪਾਸ ਸਰਜਰੀ ਜਾਂ ਫਿਰ ਸਟੰਟ ਪਵਾਉਣੇ ਪੈਣਗੇ। ਅਗਰ ਤੁਹਾਡਾ ਇਲਾਜ ਜਿਹੜਾ ਆ ਵਿਦਆਊਟ ਐਨੀ ਸਰਜਰੀ ਔਰ ਸਟੰਟ ਤੋਂ ਹੋ ਜਾਵੇ ਤੇ ਕਿੰਨੀ ਵਧੀਆ ਗੱਲ ਹੈ ਨਾ। ਤਾਂ ਤੁਹਾਡਾ ਡਰ ਜਿਹੜਾ ਹੈ ਉਹ ਖਤਮ ਹੁੰਦਾ ਹੈ, ਕਿਉਂਕਿ ਮੈਂ ਪਹੁੰਚ ਚੁੱਕੀ ਹਾਂ ਜੀ ਸਾਇੰਸ ਐਂਡ ਆਰਟ ਆਫ ਲਿਵਿੰਗ ਹਾਰਟ ਸੈਂਟਰ ਦੇ ਵਿੱਚ, ਜਿਸ ਨੂੰ ਸਾਊਲ ਹਾਰਟ ਸੈਂਟਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। 1995 ਤੋਂ ਪੂਰੇ ਇੰਡੀਆ ਦੇ ਵਿੱਚ ਆਪਣੀਆਂ ਸਰਵਿਸਿਜ਼ ਨਿਭਾ ਰਹੇ ਨੇ ਤੇ ਪਿਛਲੇ 1 ਸਾਲ ਤੋਂ ਗੁਰਦਾਸਪੁਰ ਦੇ ਵਿੱਚ ਆਪਣੀਆਂ ਸਰਵਿਸਿਜ਼ ਦੇ ਰਹੇ ਨੇ। ਜੀ ਹੁਣ ਗੱਲ ਕਰਦੇ ਹਾਂ ਕਿ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਇਹ ਕਿਵੇਂ ਪਤਾ ਲੱਗੇ ਕਿ ਸਾਨੂੰ ਹਾਰਟ ਦੀ ਕੋਈ ਡਿਜ਼ੀਜ਼ ਆ ਚੁੱਕੀ ਹੈ ਤੇ ਇੱਥੇ ਆਉਣ ਦੀ ਕਿਹੜੇ ਪੇਸ਼ੈਂਟ ਨੂੰ ਲੋੜ ਹੈ। ਤਾਂ ਬਿਲਕੁਲ ਉਹਦੇ ਵਾਸਤੇ ਤੁਸੀਂ ਕੁਝ ਪੁਆਇੰਟ ਨੋਟ ਕਰ ਸਕਦੇ ਹੋ। ਉਹ ਪੇਸ਼ੈਂਟ ਜਿਹੜੇ ਕਿ ਐਂਜੀਓਪਲਾਸਟੀ ਔਰ ਬਾਈਪਾਸ ਵਾਸਤੇ ਫਿਟ ਨਹੀਂ ਆ, ਜਾਂ ਫਿਰ ਉਹ ਪੇਸ਼ੈਂਟ ਜਿਹੜੇ ਕਿ ਐਂਜੀਓਪਲਾਸਟੀ ਔਰ ਬਾਈਪਾਸ ਤੋਂ ਬਚਣਾ ਚਾਹੁੰਦੇ ਨੇ, ਉਹ ਪੇਸ਼ੈਂਟ ਇੱਥੇ ਆ ਸਕਦੇ ਨੇ। ਤੇ ਆਪਾਂ ਚਲਾਂਗੇ ਅੰਦਰ, ਦੇਖਾਂਗੇ ਕਿੱਦਾਂ ਦੀਆਂ ਸਰਵਿਸਿਜ਼ ਨੇ ਵਿਦਆਊਟ ਸਰਜਰੀ ਔਰ ਸਟੰਟ ਤੋਂ ਕਿੱਦਾਂ ਇਲਾਜ ਹੋ ਰਿਹਾ ਨੇ। ਅੰਦਰ ਚੱਲ ਕੇ ਦੇਖਦੇ ਹਾਂ। ਡਾਕਟਰ ਬਿਮਲ ਛਾਜਰ ਜੀ ਦੀ ਗੱਲ ਕਰ ਲੈਂਦੇ ਆ ਜੀ। ਇਹ ਉਹ ਡਾਕਟਰ ਨੇ ਜਿਨ੍ਹਾਂ ਨੂੰ ਤੁਸੀਂ ਅਕਸਰ ਆਪਣੀਆਂ ਟੀਵੀ ਸਕਰੀਨ ਦੇ ਉੱਤੇ, ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਦੇਖਿਆ ਹੋਵੇਗਾ। ਤੁਹਾਨੂੰ ਹੈਲਥ ਦੇ ਪ੍ਰਤੀ ਇਹ ਗਾਈਡ ਕਰਦੇ ਨੇ, ਫੂਡ ਹੈਬਿਟਸ ਦੇ ਪ੍ਰਤੀ ਗਾਈਡ ਕਰਦੇ ਨੇ ਤੇ ਤੁਹਾਡੀਆਂ ਹਾਰਟ ਦੇ ਲਈ ਕਿਹੜੀ ਚੀਜ਼ ਚੰਗੀ ਹੈ, ਕਿਹੜੀ ਮਾੜੀ ਹੈ, ਇਹਦੇ ਬਾਰੇ ਬਹੁਤ ਇਹ ਤੁਹਾਨੂੰ ਗੱਲਾਂ ਦੱਸਦੇ ਨੇ। ਸੋ ਇਹ ਜਿਹੜਾ ਹਾਰਟ ਸੈਂਟਰ ਹੈ ਜੀ, ਇਹ ਉਹਨਾਂ ਦਾ ਹੀ ਹੈ, ਫਰੈਂਚਾਈਜ਼ ਹੈ ਗੁਰਦਾਸਪੁਰ ਦੇ ਵਿੱਚ। ਤੇ ਆਪਾਂ ਹੁਣ ਗੱਲ ਕਰਾਂਗੇ ਇੱਥੇ ਇਲਾਜ ਕਿਵੇਂ ਹੁੰਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜੇਕਰ ਤੁਸੀਂ ਇਸ ਸੈਂਟਰ ਦੇ ਵਿੱਚ ਆਪਣੇ ਇਲਾਜ ਵਾਸਤੇ ਆਉਂਦੇ ਹੋ ਤਾਂ ਇੱਥੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਸਰਜਰੀ ਜਾਂ ਫਿਰ ਸਟੰਟ ਦੀ ਲੋੜ ਪਏਗੀ, ਕਿਉਂਕਿ ਇੱਥੇ ਜਿਹੜੀ ਮੇਨ ਥੈਰੇਪੀ ਦਿੱਤੀ ਜਾਂਦੀ ਹੈ ਜਿਸ ਨੂੰ ਕਹਿੰਦੇ ਨੇ EECP ਥੈਰੇਪੀ, ਜਿਵੇਂ ਕਿ ਤੁਸੀਂ ਦੇਖ ਵੀ ਸਕਦੇ ਹੋ। ਇਹ ਥੈਰੇਪੀ ਜਿਹੜੀ ਹੈ ਇੱਥੇ ਪੇਸ਼ੈਂਟ ਨੂੰ ਦਿੱਤੀ ਜਾਂਦੀ ਹੈ। ਉਹਨਾਂ ਦੇ ਜਿਹੜਾ ਹਾਰਟ ਦੀ ਪੰਪਿੰਗ ਹੈ ਉਹ ਫਿਰ ਤੇਜ਼ ਹੋ ਜਾਂਦੀ ਹੈ ਤੇ ਹਾਰਟ ਦੀਆਂ ਜਿਹੜੀਆਂ ਨਰਵਸ ਨੇ ਉਹ ਵੀ ਐਕਟਿਵ ਹੋ ਜਾਂਦੀਆਂ ਨੇ। ਸੋ ਇਸ ਥੈਰੇਪੀ ਵਾਸਤੇ ਪੇਸ਼ੈਂਟ ਨੂੰ 40 ਦਿਨ ਲਗਾਤਾਰ ਇੱਥੇ ਆਉਣਾ ਪੈਂਦਾ ਹੈ, ਸਿਰਫ 1 ਘੰਟੇ ਵਾਸਤੇ। ਇੱਥੇ ਕੋਈ ਵੀ ਐਡਮਿਸ਼ਨ ਲੈਣ ਦੀ ਲੋੜ ਨਹੀਂ ਹੈ, ਪੇਸ਼ੈਂਟ ਨੂੰ ਇੱਥੇ ਸਟੇ ਕਰਨ ਦੀ ਲੋੜ ਨਹੀਂ ਹੈਗੀ। ਔਰ ਇਹ ਜਿਹੜੀ ਥੈਰੇਪੀ ਹੈ ਵਿਦਆਊਟ ਪੇਨ ਹੁੰਦੀ ਹੈ। ਸੋ ਇਹ ਹੈ ਜੀ ਰਿਸੈਪਸ਼ਨ ਏਰੀਆ, ਜਿਸ ਨੂੰ ਆਪਾਂ ਹੈਲਪ ਡੈਸਕ ਵੀ ਕਹਿ ਸਕਦੇ ਹਾਂ। ਇਸ ਪੁਆਇੰਟ ਤੇ ਆ ਕੇ ਤੁਸੀਂ ਇੱਥੇ ਦੇ ਬਾਰੇ ਹਰੇਕ ਜਾਣਕਾਰੀ ਲੈ ਸਕਦੇ ਹੋ। ਜਿਵੇਂ ਕਿ ਤੁਸੀਂ ਡਾਕਟਰ ਨੂੰ ਮਿਲਣਾ ਹੈ ਜਾਂ ਫਿਰ ਤੁਹਾਨੂੰ ਕੋਈ ਜਿਹੜੀ ਹਾਰਟ ਡਿਸੀਜ਼ ਹੈ ਤੁਸੀਂ ਉਸ ਦੇ ਬਾਰੇ ਕਾਉਂਸਲਿੰਗ ਲੈਣੀ ਹੈ, ਤੇ ਉਹ ਜਿਹੜੀ ਕਾਉਂਸਲਿੰਗ ਹੈ ਸਭ ਤੋਂ ਪਹਿਲਾਂ ਤੁਹਾਨੂੰ ਦਿੱਤੀ ਜਾਂਦੀ ਹੈ। ਫਿਰ ਆਫਟਰ ਦੈਟ ਦੱਸਿਆ ਜਾਂਦਾ ਹੈ ਕਿ ਹੁਣ ਅਸੀਂ ਟ੍ਰੀਟਮੈਂਟ ਜਿਹੜਾ ਕਦੋਂ ਸ਼ੁਰੂ ਕਰਨਾ ਹੈ, ਕਿਵੇਂ ਸ਼ੁਰੂ ਕਰਨਾ ਹੈ, ਕਿੰਨੇ ਦਿਨ ਦਾ ਪ੍ਰੋਸੈਸ ਹੋਏਗਾ। ਇਹ ਸਾਰੀ ਜਾਣਕਾਰੀ ਤੁਹਾਨੂੰ ਪਹਿਲਾਂ ਹੀ ਦੇ ਦਿੱਤੀ ਜਾਂਦੀ ਹੈ। ਗੱਲ ਕਰਦੇ ਹਾਂ ਜੀ ਹੁਣ ਆਪਾਂ ਡੀਟੌਕਸ ਸੈਕਸ਼ਨ ਦੇ ਬਾਰੇ। ਇਹ ਸੈਕਸ਼ਨ ਉਹ ਹੈ ਜਿੱਥੇ ਕਿ ਪੇਸ਼ੈਂਟ ਨੂੰ ਜਿਹੜਾ ਆ ਡੀਟੌਕਸ ਕੀਤਾ ਜਾਂਦਾ ਹੈ। ਅਗਰ ਹਾਰਟ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਬਲੌਕੇਜ ਹੈ ਤੇ ਉਸ ਨੂੰ ਰਿਡਿਊਸ ਕਰਨ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਸੈਕਸ਼ਨ ਦੇ ਵਿੱਚ। ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਕੁਝ ਮੈਡੀਸਿਨ ਰਾਹੀਂ ਜਿਹੜਾ ਆ ਪੇਸ਼ੈਂਟ ਦੇ ਹਾਰਟ ਨੂੰ ਡੀਟੌਕਸ ਕੀਤਾ ਜਾਂਦਾ ਹੈ। ਇਹ ਪਹਿਲਾਂ ਸਟੱਡ ਪਏ ਸੀਗੇ ਜੀ ਕੋਈ 4-5 ਸਾਲ ਪਹਿਲੇ। ਅੱਛਾ ਜੀ। ਉਹ ਫਿਰ ਦੁਬਾਰੇ ਫਿਰ ਮੈਨੂੰ ਬਲੌਕੇਜ ਆ ਰਹੀ ਹੈ, ਬਹੁਤ ਜ਼ਿਆਦਾ ਬਲੌਕੇਜ ਹੋਈ ਹੈ ਤੇ ਉਹ ਹੁਣ ਬਿਲਕੁਲ ਠੀਕ ਹੈ ਇਸ ਟਾਈਮ। ਇਹ ਪਹਿਲੇ ਦਿਨ ਤੋਂ ਦੱਸਿਆ ਸੀ ਕਿ 40 ਥੈਰੇਪੀਆਂ ਹੋਣਗੀਆਂ ਤੁਹਾਡੀਆਂ, 20 ਡ੍ਰਿਪ ਲੱਗਣਗੇ ਔਰ ਮੈਨੂੰ ਤੀਜੀ ਚੌਥੀ ਥੈਰੇਪੀ ਦੇ ਨਾਲ ਹੀ ਕਾਫੀ ਫਰਕ ਪੈਣਾ ਸ਼ੁਰੂ ਹੋ ਗਿਆ ਜੀ। ਮੇਰੇ ਦਰਦ ਨਿਕਲੀ ਸੀ ਜੀ ਤੇ ਮੈਂ ਅੰਮ੍ਰਿਤਸਰ ਗਿਆ। ਅੰਮ੍ਰਿਤਸਰ ਉਹਨਾਂ ਨੇ ਐਂਕੋਗ੍ਰਾਫੀ ਕੀਤੀ ਤੇ ਉਹ ਆਖਣ ਲੱਗੇ ਵੀ ਕਿ ਨਾਲੇ ਦਾ ਸਟੱਡ ਪੈਣਾ ਹੈ। ਨਾੜਾਂ ਬਲਾਕ ਨੇ ਦੋ, ਇੱਕ 90%, ਇੱਕ 60%। ਅਸੀਂ ਫਿਰ ਅਗਲੇ ਦਿਨ ਇੱਥੇ ਆ ਗਏ। ਇੱਥੇ ਆਣ ਕੇ ਤੇ ਫਿਰ ਇਹਨਾਂ ਨਾਲ ਗੱਲਬਾਤ ਕੀਤੀ। ਇਹਨਾਂ ਨੇ ਵੇਖੇ ਸਾਡੇ ਰਿਪੋਰਟਾਂ ਤਾਂ ਉੱਥੇ ਹੋਈਆਂ ਸੀ ਸਾਰੀਆਂ। ਇਹਨਾਂ ਚੈੱਕ ਕੀਤਾ ਤੇ ਆਂਦੇ ਵੀ ਕੋਈ ਗੱਲ ਨਹੀਂ, ਇਹ ਆਓ ਤੁਸੀਂ ਟ੍ਰੀਟਮੈਂਟ ਕਰਾਓ। ਤੇ ਅਸੀਂ ਉੱਦਾਂ ਦਾ ਟ੍ਰੀਟਮੈਂਟ ਕਰਾਉਣ ਦੇ ਅੱਜ ਮੇਰਾ ਲਾਸਟ ਦਿਨ ਆ ਤੇ ਮੈਂ ਬਿਲਕੁਲ ਠੀਕ ਹਾਂ ਹੁਣ। ਨਹੀਂ ਦਰਦ ਤਕਲੀਫ ਨਹੀਂ, ਪਹਿਲਾਂ ਥੋੜੀ ਹੁੰਦੀ ਸੀ, ਹੁਣ ਨਹੀਂ ਹੈਗੀ। ਠੀਕ ਹੈ। ਮੈਂ ਬੇਟਾ ਬਾਹਰ ਹੀ, ਆਪ ਅੰਕਲ ਤੁਹਾਡੇ ਠੀਕ ਨਹੀਂ ਤੇ ਮੈਂ ਹੁਣ ਇਕੱਲੀ ਆ ਜਾਂਦੀ ਹਾਂ। ਇਕੱਲੀ ਆ ਜਾਂਦੀ ਹਾਂ, ਜਾਂ ਬੇਟੀ ਆ ਜਾਂਦੀ ਹੈ, ਕਿਸ ਟਾਈਮ ਲੈ ਜਾਂਦੀ ਹੈ, ਕਿਸ ਟਾਈਮ ਨੌਂ ਰਾਣੀ ਆ ਜਾਂਦੀ ਹੈ, ਕਿਸ ਟਾਈਮ ਮੈਂ ਇਕੱਲੀ ਚਲ ਜਾਂਦੀ ਹਾਂ। ਮਤਲਬ ਖੁਸ਼ ਹੋ ਇੱਥੇ ਇਲਾਜ ਕਰਾ ਕੇ ਤੁਸੀਂ? ਇਲਾਜ ਕਰਾ ਕੇ ਤੇ ਖੁਸ਼ ਹਾਂ, ਠੀਕ ਆ। ਬਹੁਤ ਬਹੁਤ ਸ਼ੁਕਰੀਆ ਵੀ ਜੀ, ਥੈਂਕ ਯੂ ਜੀ। ਸੋ ਇਹ ਤਾਂ ਸੀ ਜੀ ਕੁਝ ਪੇਸ਼ੈਂਟ ਨਾਲ ਗੱਲਬਾਤ, ਤੇ ਤੁਸੀਂ ਸੁਣਿਆ ਕਿ ਰਿਵਿਊ ਜਿਹੜੇ ਨੇ ਉਹ ਇੱਥੇ ਇਸ ਵੇਲੇ ਮੌਜੂਦ ਪੇਸ਼ੈਂਟ ਨਾਲ ਗੱਲ ਕਰਕੇ ਕਿਵੇਂ ਦੇ ਆਏ ਨੇ। ਸੋ ਅਗਰ ਤੁਸੀਂ ਵੀ ਇਲਾਜ ਕਰਵਾਉਣਾ ਚਾਹੁੰਦੇ ਹੋ ਤਾਂ ਨੀਚੇ ਨੰਬਰ ਚੱਲ ਰਹੇ ਨੇ, ਤੁਸੀਂ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ, ਕੰਟੈਕਟ ਕਰ ਸਕਦੇ ਹੋ ਤੇ ਵਿਜ਼ਿਟ ਵੀ ਕਰ ਸਕਦੇ ਹੋ।
ਤੁਹਾਡੀ ਡੇਲੀ ਰੂਟੀਨ ਵਾਲੀ ਜ਼ਿੰਦਗੀ ਚੱਲਦੇ ਚੱਲਦੇ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਤੁਹਾਨੂੰ ਹਾਰਟ ਡਿਜ਼ੀਜ਼ ਹੋ ਚੁੱਕੀ ਹੈ, ਹਾਰਟ ਦੀ ਕੋਈ ਪ੍ਰੋਬਲਮ ਹੋ ਚੁੱਕੀ ਹੈ, ਤਾਂ ਤੁਹਾਡਾ ਡਾਕਟਰ ਦੇ ਕੋਲ ਜਾਣਾ ਤੇ ਬਣਦਾ ਹੀ ਹੈ। ਤੇ ਜਦੋਂ ਤੁਸੀਂ ਡਾਕਟਰ ਦੇ ਕੋਲ ਜਾਂਦੇ ਆ, ਤੁਹਾਨੂੰ ਟੈਸਟ ਲਿਖੇ ਜਾਂਦੇ ਨੇ ਤੇ ਆਫਟਰ ਟੈਸਟ ਤੁਹਾਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਡੀ ਤਾਂ ਸਰਜਰੀ ਹੋਏਗੀ। ਸੋ ਇਸ ਚੀਜ਼ ਦੇ ਵਿੱਚ ਤੁਸੀਂ ਡਰ ਜਾਂਦੇ ਹੋ। ਤੇ ਜੇ ਮੈਂ ਤੁਹਾਨੂੰ ਕਹਾਂ ਕਿ ਵਿਦਆਊਟ ਸਰਜਰੀ, ਵਿਦਆਊਟ ਸਟੰਟ ਤੁਹਾਡੇ ਹਾਰਟ ਦਾ ਇਲਾਜ ਹੋ ਸਕਦਾ ਹੈ, ਤੁਸੀਂ ਤੰਦਰੁਸਤ ਹੋ ਸਕਦੇ ਹੋ, ਤਾਂ ਕਿਵੇਂ ਦਾ ਲੱਗੇਗਾ? ਜੀ ਬਿਲਕੁਲ, ਅੱਜ ਮੇਰੇ ਨਾਲ ਡਾਕਟਰ ਮਨੂਪ੍ਰਿਆ ਜੀ ਮੌਜੂਦ ਨੇ ਤੇ ਅਸੀਂ ਸਾਊਲ ਹਾਰਟ ਸੈਂਟਰ ਦੇ ਵਿੱਚ ਇਸ ਵੇਲੇ ਮੌਜੂਦ ਆ। ਗੱਲ ਕਰਾਂਗੇ ਡਾਕਟਰ ਸਾਹਿਬ ਨਾਲ ਵੀ ਹਾਰਟ ਦਾ ਜਿਹੜਾ ਇਲਾਜ ਹੈ ਕਿਵੇਂ ਮੁਮਕਿਨ ਹੈ ਤੇ ਅਸੀਂ ਇਸ ਦੀ ਟੇਕ ਕੇਅਰ ਕਿਵੇਂ ਕਰ ਸਕਦੇ ਹਾਂ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ। ਸੋ ਮੈਮ, ਅਸੀਂ ਗੱਲ ਕਰ ਰਹੇ ਸੀਗੇ ਕਿ ਜਿਹੜੀਆਂ ਹਾਰਟ ਡਿਜ਼ੀਜ਼ ਨੇ, ਪ੍ਰੋਬਲਮ ਹੈ, ਇਹ ਕਿੱਦਾਂ ਆ ਜਾਂਦੀਆਂ ਨੇ ਤੇ ਇਹਦਾ ਇਲਾਜ ਕਿਵੇਂ ਸੰਭਵ ਹੈ? ਦੇਖੋ, ਹਾਰਟ ਡਿਜ਼ੀਜ਼ ਪੇਸ਼ੈਂਟਸ ਨੂੰ ਇਹ ਨਹੀਂ ਹੈ ਕਿ ਅਚਾਨਕ ਆਉਂਦੇ ਹੈ। ਪੇਸ਼ੈਂਟਸ ਬਹੁਤ ਟਾਈਮ ਦੇ ਸਾਈਨਸ ਐਂਡ ਸਿੰਪਟਮਸ ਆਉਂਦੇ ਰਹਿੰਦੇ, ਬਟ ਅਸੀਂ ਇਹਨੂੰ ਇਗਨੋਰ ਕਰਦੇ ਰਹਿੰਦੇ ਹਾਂ। ਜਿਵੇਂ ਕਿ ਚਲਦੇ ਚਲਦੇ ਸਾਹ ਫੁੱਲਣ ਲੱਗ ਜਾਂਦਾ ਹੈ, ਆਪਾਂ ਇਹ ਸਮਝਦੇ ਕੋਈ ਨਹੀਂ, ਕੁਛ ਨਹੀਂ ਹੁੰਦਾ, ਚੱਲਦੇ ਰਹਿੰਦੇ। ਫਿਰ ਚੱਲਣ ਵੇਲੇ ਕਈ ਪੇਸ਼ੈਂਟਸ ਨੂੰ ਦਰਦ ਮਹਿਸੂਸ ਹੁੰਦੀ ਹੈ, ਛਾਤੀ ਦਰਦ ਮਹਿਸੂਸ ਹੁੰਦੀ ਹੈ, ਖਾਣਾ ਖਾਣ ਤੋਂ ਬਾਅਦ ਵੀ ਦਰਦ ਮਹਿਸੂਸ ਹੋਏਗੀ, ਫਿਰ ਚੱਲਣ ਤੋਂ ਬਾਅਦ ਦਰਦ ਮਹਿਸੂਸ ਹੋਏਗੀ, ਗਲੇ 'ਚ ਜਾਂਦੀ ਹੈ, ਜਬਾੜੇ 'ਚ ਜਾਂਦੀ ਹੈ, ਬਾਜ਼ੂ 'ਚ ਜਾਂਦੀ ਹੈ। ਫਿਰ ਵੀ ਅਸੀਂ ਇਗਨੋਰ ਕਰਦੇ ਰਹਿੰਦੇ ਹਾਂ ਕਿ ਹਾਂ ਕੁਛ ਹੱਦ ਤੱਕ ਕਿ ਕੁਛ ਨਹੀਂ ਹੁੰਦਾ ਹੈ, ਮਸਕੂਲਰ ਪੇਨ ਹੋ ਸਕਦੀ ਹੈ ਜਾਂ ਗੈਸ ਐਸਿਡਿਟੀ ਕਰਕੇ ਵੀ ਇਹ ਪੇਨ ਹੋ ਸਕਦੀ ਹੈ। ਹਾਂ, ਕੁਛ ਪਰਸੈਂਟੇਜ ਤੱਕ ਇਹ ਕਨਸੈਪਟ ਠੀਕ ਹੈ, ਗੈਸ ਐਸਿਡਿਟੀ ਕਰਕੇ ਹੋ ਜਾਂਦੀ ਹੈ, ਬਟ ਹਰ ਵੇਲੇ ਨਹੀਂ। ਆਪਾਂ ਇਸ ਨੂੰ ਜੇ ਪ੍ਰੋਪਰਲੀ ਟਾਈਮ 'ਤੇ ਡਾਇਗਨੋਸ ਕਰ ਲਿੱਤਾ ਜਾਵੇ ਤੇ ਇਹ ਅੱਗੇ ਜਾ ਕੇ ਗੰਭੀਰ ਬਿਮਾਰੀ 'ਚ ਕਨਵਰਟ ਨਹੀਂ ਹੁੰਦੀ ਹੈ, ਹਾਰਟ ਅਟੈਕ ਵਰਗੀ ਚੀਜ਼ 'ਚ ਕਨਵਰਟ ਨਹੀਂ ਹੁੰਦੀ ਹੈ। ਤੇ ਮੈਮ, ਗੱਲ ਕਰ ਲੈਂਦੇ ਹਾਂ ਸਾਊਲ ਹਾਰਟ ਸੈਂਟਰ ਦੇ ਬਾਰੇ ਕਿ ਇਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਵਿਦਆਊਟ ਕੋਈ ਸਰਜਰੀ ਜਿਹੜਾ ਹੈ ਉਹ ਟ੍ਰੀਟਮੈਂਟ ਕੀਤਾ ਜਾਂਦਾ ਹੈ। ਤੇ ਇੱਦਾਂ ਦਾ ਕੀ ਮਤਲਬ ਤੁਹਾਡੇ ਕੋਲ ਟ੍ਰੀਟਮੈਂਟ ਹੈ ਕਿ ਜਿਹਦੇ ਵਿੱਚ ਸਰਜਰੀ ਦੀ ਲੋੜ ਹੀ ਨਹੀਂ ਪੈਂਦੀ? ਦੇਖੋ, ਸਟੈਪ ਬਾਏ ਸਟੈਪ ਜੇ ਆਪਾਂ ਚੱਲੀਏ, ਪੇਸ਼ੈਂਟ ਮੰਨ ਲਓ ਸਾਡੇ ਕੋਲ ਆਂਦਾ ਵਾਕ ਇਨ, ਉਹ ਆਪਣੀ ਰਿਪੋਰਟਸ ਲੈ ਕੇ ਆਂਦਾ ਹੈ। ਉਹਨਾਂ ਕੋਲ ਜਾਂ ਤਾਂ ਕੋਰਨਰੀ ਐਂਜੀਓਗ੍ਰਾਫੀ ਦੀ ਰਿਪੋਰਟ ਹੋਏਗੀ ਜਾਂ ਸਾਡੇ ਕੋਲ ਆਏਗੇ ਕੁਝ ਸਿੰਪਟਮਸ ਲੈ ਕੇ ਕਿ ਚੈਸਟ ਪੇਨ ਹੋ ਰਹੀ ਹੈ ਜਾਂ ਕੁਝ ਬ੍ਰੈਥਲੈਸਨੈਸ ਹੋ ਰਹੀ ਹੈ। ਉਸ ਟਾਈਮ ਤੇ ਅਸੀਂ ਉਹਨਾਂ ਨੂੰ ਐਡਵਾਈਸ ਕਰਦੇ ਸਿਟੀ ਕੋਰਨਰੀ ਐਂਜੀਓਗ੍ਰਾਫੀ। ਫਿਰ ਜਦ ਉਹ ਰਿਪੋਰਟ ਲੈ ਕੇ ਆਂਦੇ, ਉਹਨਾਂ 'ਚ ਬਲੋਕੇਜਸ ਡਿਟੈਕਟ ਹੁੰਦੀਆਂ, ਉਸ ਟਾਈਮ ਤੇ ਅਸੀਂ ਉਹਨਾਂ ਨੂੰ 2 ਟ੍ਰੀਟਮੈਂਟਸ ਸਾਡੇ ਕੋਲ ਅਵੇਲੇਬਲ ਨੇ ਜਿਹੜੇ ਉਹਨਾਂ ਨੂੰ ਐਡਵਾਈਸ ਅਸੀਂ ਕਰਦੇ ਹਾਂ। ਇੱਕ ਹੈ EECP ਟ੍ਰੀਟਮੈਂਟ, ਜਿਹਨੂੰ ਕਹਿੰਦੇ ਐਨਹਾਂਸਡ ਐਕਸਟਰਨਲ ਕਾਊਂਟਰ ਪਲਸੇਸ਼ਨ ਟ੍ਰੀਟਮੈਂਟ, ਜੋ ਕਿ ਇੱਕ ਨੈਚੁਰਲ ਬਾਈਪਾਸ ਟ੍ਰੀਟਮੈਂਟ ਕਿਹਾ ਜਾਂਦਾ ਹੈ। ਉਹ ਹਾਰਟ ਦਾ ਨੈਚੁਰਲ ਬਾਈਪਾਸ ਕਰਦਾ ਹੈ। ਉਹਦੇ ਹੁੰਦਾ ਕੀ ਹੈ, ਇੱਕ ਬੈਡ ਟਾਈਪ ਮਸ਼ੀਨ ਹੁੰਦੀ ਹੈ ਜਿਸ ਦੇ ਅੰਦਰ ਲੈਗਸ ਤੇ ਕਫ ਬੰਨੇ ਜਾਂਦੇ ਆ, ਜਿਹੜਾ ਕਿ ਡਾਇਸਟੋਲਿਕ ਬਲੱਡ ਪ੍ਰੈਸ਼ਰ ਤੇ ਕੰਮ ਕਰਕੇ ਹਾਰਟ ਦੀ ਸਪਲਾਈ ਨੂੰ, ਇੱਕ ਸਪੋਰਟਸਮੈਨ ਹਾਰਟ ਦੀ ਸਪਲਾਈ ਵਰਗੀ ਉਹਨੂੰ ਕ੍ਰੀਏਟ ਕਰਕੇ ਹਾਰਟ ਦੇ ਬੰਦ ਟਿਊਬਾਂ ਨੂੰ ਓਪਨ ਕਰਦਾ ਹੈ। ਇਹ ਹਾਰਟ ਦੀ ਜਿਹੜੀ ਮੇਨ ਕੋਰਨਰੀ ਸਪਲਾਈ ਹੈ, ਉਹਦੇ ਇਲਾਵਾ ਸਪਲਾਈ ਜਿਹੜੀ ਹੁੰਦੀ ਹੈ ਉਹਨੂੰ ਉਸ 'ਤੇ ਕੰਮ ਕਰਦਾ ਹੈ। ਤੇ ਪਲੱਸ ਹੁਣ ਜਿਹੜੀ ਹਾਰਟ ਦੀ ਮੇਨ ਕੋਰਨਰੀ ਸਪਲਾਈ ਹੈ ਉਸ 'ਤੇ ਕੰਮ ਕਰਦੀ ਹੈ ਸਾਡੀ ਦੂਜੀ ਡਿਟੌਕਸੀਫਿਕੇਸ਼ਨ ਵਾਲੀ ਡ੍ਰਿਪ, ਜਿਹਦੇ ਅੰਦਰ ਮੇਨ ਇਨਗਰੀਡੀਐਂਟ ਹੁੰਦਾ EDTA, ਜਿਹੜਾ ਹਾਰਟ ਦੀ ਜਿਹੜੇ ਬਲੋਕੇਜਸ ਹੈ ਉਹਨੂੰ ਘਟਾਉਣ ਵਾਸਤੇ ਹੈਲਪ ਕਰਦਾ ਹੈ। ਤੇ ਉਹ ਦੋਨੋਂ ਟ੍ਰੀਟਮੈਂਟ ਦਾ ਕੰਬੀਨੇਸ਼ਨ ਅਸੀਂ ਐਡਵਾਈਸ ਕਰਦੇ ਹਾਂ, ਜਿਸ ਦੇ ਨਾਲ ਸਾਨੂੰ ਬਹੁਤ ਅੱਛੇ ਰਿਜ਼ਲਟਸ ਮਿਲੇ ਹੈ। ਪੇਸ਼ੈਂਟਸ ਵੀ ਬਹੁਤ ਹੈਪੀ ਹੈ ਤੇ ਬਲੋਕੇਜਸ ਵੀ ਕਾਫੀ ਹੱਦ ਤੱਕ ਘੱਟ ਹੋ ਜਾਂਦੇ। ਇਹ ਨਹੀਂ ਅਸੀਂ ਕਹਿੰਦੇ ਕਿ 100% ਅਸੀਂ ਕਲੀਨ ਕਰ ਦਿੰਦੇ, ਕਿਉਂਕਿ ਅਸੀਂ ਕੋਈ ਉਹ ਨਹੀਂ ਹੈ ਗੋਡ ਹੈ ਕਿ ਹਾਂ ਅਸੀਂ ਕੁਝ ਖੋਲ ਕੇ ਕਲੀਨਿੰਗ ਕਰਦੀ। ਹਾਂ, ਕੁਝ ਪਰਸੈਂਟੇਜ ਤੱਕ ਅਸੀਂ ਉਹਨੂੰ ਰਿਡਿਊਸ ਕਰ ਸਕਦੇ ਹਾਂ। ਔਨ ਐਵਰੇਜ 50 to 60% ਰਿਡਕਸ਼ਨ ਆ ਜਾਂਦੀ ਹੈ ਓਲਡ ਕੋਰਨਰੀ ਬਲੋਕੇਜਸ 'ਚ। ਤੇ ਪਲੱਸ ਨਿਊ ਤਾਂ ਡਿਵੈਲਪ ਹੋਣੀ ਹੈ, ਉਹਦੇ ਵਾਸਤੇ ਇੱਕ ਟੈਸਟ ਹੈ ਜਿਹਨੂੰ ਕਹਿੰਦੇ ਸਟ੍ਰੈਸ ਥੈਲੀਅਮ ਟੈਸਟ 'ਚ ਅਸੀਂ ਦੇਖ ਸਕਦੇ ਹਾਂ ਕਿ ਕਿੰਨੀ % ਸਾਡੀ ਨਿਊ ਸਪਲਾਈ ਜਨਰੇਟ ਹੋ ਚੁੱਕੀ ਹੈ। ਹਾਰਟ ਦੀ ਨੈਚੁਰਲ ਬਾਈਪਾਸ ਜਿਹੜਾ ਹੋਇਆ ਉਹ ਪ੍ਰੋਪਰਲੀ ਉਸ 'ਚ ਦਿਖ ਜਾਂਦਾ ਹੈ। ਥੈਂਕ ਯੂ ਸੋ ਮਚ ਮੈਮ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਬਹੁਤ ਸੋਹਣੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸੋ ਮਚ। ਸਾਊਲ ਹਾਰਟ ਸੈਂਟਰ ਦੀ ਗੱਲ ਚੱਲ ਰਹੀ ਹੈ ਤੇ ਡਾਕਟਰਸ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਉਹਨਾਂ ਕੋਲੋਂ ਜਾਣਾਂਗੇ ਕਿ ਇਹ ਜਿਹੜਾ ਟ੍ਰੀਟਮੈਂਟ ਹੈ ਉਹ ਪੋਸੀਬਲ ਕਿਵੇਂ ਹੈ। ਸੋ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਸਨ ਯੂਸਫ ਜੀ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰਾਂਗੇ ਕਿ ਜਿਹੜਾ ਟ੍ਰੀਟਮੈਂਟ ਤੁਸੀਂ ਕਰ ਰਹੇ ਹੋ, ਜਿਵੇਂ ਕਿ ਥੈਰੇਪੀ ਦੇ ਜ਼ਰੀਏ ਤੁਸੀਂ ਜਿਹੜਾ ਟ੍ਰੀਟਮੈਂਟ ਲੋਕਾਂ ਨੂੰ ਦੇ ਰਹੇ ਹੈਗੇ ਹੋ, ਹਾਰਟ ਪੇਸ਼ੈਂਟ ਨੂੰ ਸਪੈਸ਼ਲੀ, ਤੇ ਕੀ ਇਹ ਟ੍ਰੀਟਮੈਂਟ ਜਿਹੜਾ ਆ ਉਹ सक्सेसफुल है और ये ट्रीटमेंट किਵੇਂ ਕਰਦੇ ਹੋ ਤੁਸੀਂ? बिल्कुल, मैं बताना चाहूँगा अगर आज की डेट में आप किसी भी जगह का आंकड़ा लो, किसी भी कंट्री का, तो सबसे ज़्यादा पेशेंट्स आपको हार्ट के मिलेंगे। अब अगर आप किसी भी हार्ट के पेशेंट से बात करते हो तो एक ले मैन होता है, उसको नॉलेज नहीं होती है इतनी ज़्यादा, तो वो यही कहेगा कि हार्ट का ट्रीटमेंट तो सिर्फ बाईपास है या स्टंट है।
लेकिन लोगों को जागरूकता नहीं है। तो हम साओल में 1995 से US FDA अप्रूव ट्रीटमेंट एक करते हैं जिसका नाम है EECP। उसके साथ में डिटॉक्स का ट्रीटमेंट करते हैं। ये दोनों नॉन इन्वेजिव ट्रीटमेंट है। नॉन इन्वेजिव मतलब नॉन सर्जिकल, मतलब इसमें स्टंट या बाईपास की ज़रूरत नहीं पड़ती है। सिर्फ डे केयर में आपको आना है, 2 से 3 घंटे के लिए आपका दाखिला होगा। फिर एक मशीन है EECP उसे बोलते हैं, उसकी सेटिंग लेनी है। वो हार्ट में क्या करता है, जो चैनल्स जो मेन जिनमें आपका ब्लड का प्रवाह चल रहा होता है, जिनको कोरोनरीज बोलते हैं, उनके अलावा स्पेयर सेट एक और होता है अपने हार्ट में जिसको बोलते हैं कोलेट्रल्स, तो उनको वो ओपन करना शुरू करता है। तो इस तरीके से जब इस मशीन की 1 घंटे की सिटिंग डेली लेनी होती है 40 दिनों तक, 40 घंटे मतलब आपको इस पर स्पेंड करने, तो उसके बाद पूरा एक नेटवर्क बन जाता है हार्ट के अंदर जिसको हम बोलते हैं कोलेट्रल। तो वो एक बाईपास का काम करता है। जैसे बाईपास में हम क्या करते हैं, ब्लॉकेज 99% 100% उसमें स्टंट नहीं कर सकते, तो अब वो क्या करते हैं, सर्जरी से एक नया रास्ता बनाते हैं। उसके लिए एक आर्टरी निकालते हैं पहले बाजू से या हाथ से, फिर उसको ब्लॉकेज के दोनों तरफ लगाते हैं, फिर एक नया चैनल बनता है। तो हम वहाँ तक इतना इन्वेजन क्यों करें जब हमारे पास एक ऐसा ट्रीटमेंट है जिसको हम नेचुरली ट्रीट कर सकते हैं पेशेंट को देके। उसमें हार्ट के अंदर ऑलरेडी चैनल्स हैं, उनको बस सिर्फ ओपन करना है। तो 20 सेटिंग्स उसको लेकर के 40 सेटिंग्स उसकी लेकर के ये पूरा हो जाता है। उसके साथ में हम लोग एक एडजुवेंट ट्रीटमेंट देते हैं। एडजुवेंट मतलब एडिशनल ट्रीटमेंट। जैसे उसमें क्या करते हैं, जैसे ग्लूकोज चढ़ता है, IV इन्फ्यूजन्स चढ़ते हैं, उस तरीके से कुछ दवा लगाते हैं। उसमें एंटीऑक्सीडेंट्स यूज़ करते हैं, मल्टीविटामिन्स वगैरह, मिनरल्स, ये सब यूज़ करते हैं। EDTA मेन कंटेंट है वो यूज़ करते हैं। तो उससे जो आपने देखा होगा कि पेशेंट्स को 100% का ब्लॉकेज है, 90% का ब्लॉकेज, 80% का ब्लॉकेज है, वह बेसिकली क्या होता है, कैल्सिफिकेशन होता है एक तरीके का। जो हम खाना खाते हैं उसमें कोलेस्ट्रॉल होता है, ट्राइग्लिसराइड होता है, वो आगे चल के कैल्शियम बनाता है, वो जा कर के जमा होता है। तो जो ये ड्रिप है ये धीरे धीरे उस कैल्शियम स्कोर को कम करना शुरू करती है, धीरे धीरे कैल्शियम के डिपोजिशन को कम करेगी, जिससे क्या होता है कि ब्लॉकेजेस भी कम होना शुरू हो जाते हैं। तो इसकी हम आइडियली 20 सिटिंग्स बताते हैं, 20 इन्फ्यूजन्स IV, जो कि 2.5 घंटे में एक इन्फ्यूजन ख़त्म होता है। फिर जब ये दोनों ट्रीटमेंट हो जाएंगे तो उसके बाद फिर हम पेशेंट को बोलते हैं कि अब आप अपना टेस्ट कराओ, कि जिससे आपको पता भी चलना है ना कि पेशेंट को कि उसको कितना फ़र्क पड़ा। तो उसमें एक स्ट्रेस थैलियम टेस्ट होता है, वो कराते हैं। उससे ये पता चलता है कि नया रास्ता कितना बना, नया बाईपास जो हार्ट में मैंने बोला कि नए चैनल्स बन जाते हैं, वो कितने बने वो देखते हैं। और उसके बाद फिर उसकी एंजियोग्राफी को रिपीट कराते हैं। तो उसमें हमें ये पता चलता है, पहले हम देखते हैं कि पहले ब्लॉकेजेस इतने थे, जैसे 80, 90, 100 थे, अब हमने कराया तो कितना इसमें कम हो गया। तो 40 दिन के अंदर बिना किसी चीर फाड़ के, बिना किसी पेन के, पेनलेस ट्रीटमेंट होगा, नॉन इन्वेजिव। ये पेशेंट कराएगा, उसका ये ट्रीटमेंट के बाद रिजल्ट्स कराएगा तो उसको दिख जाएगा। तो ਇਹ ਜਿਹੜਾ ਟ੍ਰੀਟਮੈਂਟ ਹੈ, ਜਦੋਂ ਕੋਈ ਮਤਲਬ ਸਰਜਰੀ ਕਰਵਾ ਕੇ ਆਉਂਦਾ ਹੈ ਜਾਂ ਜਿਹਦੀਆਂ ਮਤਲਬ ਪਹਿਲਾਂ ਕੋਈ 2 ਸਰਜਰੀ ਜਾਂ 3 ਸਰਜਰੀਜ਼ ਹੋਈਆਂ ਹੁੰਦੀਆਂ ਨੇ, ਤੇ ਕੀ ਉਸ ਤੋਂ ਬਾਅਦ ਇਹ ट्रीटमेंट करवाना सेफ है, रिस्क तो नहीं किसी तरीके? बिल्कुल बिल्कुल करा सकता है, क्योंकि जैसे मैंने बताया कि बाईपास सर्जरी में क्या करते हैं। अब आप अगर जैसे इस डायग्राम की तरफ थोड़ा सा देखो, मैं एक बार फिर से समझाऊँ। ये देखो, ये अपना है, ये मान लीजिए इस आर्टरी में 100% का ब्लॉकेज है, तो आगे ब्लड कितना जा रहा है, 0%, या 90% का ब्लॉकेज है तो ब्लड कितना जा रहा है, 10%। अब इसको बढ़ाने के लिए सर्जन्स क्या करते हैं, एक आर्टरी का ग्राफ्ट हाथ या पैर में से निकाल के इस ब्लॉकेज के दोनों तरफ लगाते हैं। तो ऐसे रास्ता जाके ब्लड इधर से तो नहीं जा पा रहा है, इधर से जाएगा। जैसे एक नॉर्मल भाषा में समझो कि हाईवे जाम है आपका, अब आप कैसे जाते हो, किसी वजह से जाम पड़ा है, तो पिंडों से होकर के हम जाते हैं, फिर से हाईवे पे मिल जाते हैं। तो इस तरीके से नया रास्ता बन के ये ब्लड को आगे को बढ़ाता जाएगा। तो हमारे हार्ट में पहले ही से आप छोटे छोटे जो देख रहे हैं वैस्कुलेचर्स ये हैं, इस मशीन की सेटिंग लेनी होती है। इससे क्या होता है, ये चैनल्स पूरे हार्ट में खुलते चले जाते हैं। जैसे यहाँ ब्लॉकेज, यहाँ पे रास्ता खुल गया, यहाँ पे रास्ता खुल गया, यहाँ पे, इस तरीके से पूरा रास्ता बन जाता है हार्ट में। ਸਰ ਥੈਂਕ ਯੂ ਸੋ ਮਚ, ਬਹੁਤ ਵਧੀਆ ਲੱਗਿਆ ਗੱਲ ਕਰਕੇ ਐਂਡ ਬਹੁਤ ਸੋਹਣੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਸ਼ੁਕਰੀਆ ਜੀ। ਜੀ ਸੋ ਜੇਕਰ ਤੁਸੀਂ ਵੀ ਇਹਨਾਂ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਇਹਨਾਂ ਦੇ ਨੰਬਰਸ, ਇੰਸਟਾ ਔਰ ਫੇਸਬੁੱਕ ID ਜਿਹੜੀ ਉਹ ਪਲੇ ਹੋ ਰਹੀ ਹੈ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਤੇ ਬਾਕੀ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਡਾ ਅੱਜ ਦਾ ਇਹ ਐਪੀਸੋਡ, ਆਪਣਾ ਫੀਡਬੈਕ ਸਾਨੂੰ ਜ਼ਰੂਰ ਦਿੰਦੇ ਰਹਿਣਾ। ਧੰਨਵਾਦ।